Hello students, let's study another chapter, The March King, written by Catherine Little Bakeless. Some introduction about the writer. Catherine Little Bakeless was born on December 5, 1895 in USA. ਇਸ ਰਾਈਟਰ ਦਾ ਜਨਮ ਕੈਥਰੀਨ ਲਿਟਲ ਬੇਕਲਸ ਦਾ ਜਨਮ USA ਦੇ ਵਿੱਚ 5 ਦਸੰਬਰ 1895 ਨੂੰ ਹੋਇਆ. ਸ਼ੀ ਰੋਟ ਬੁੱਕਸ ਵਿਦ ਹਰ ਹਸਬੈਂਡ. ਹਰ ਇੰਡੀਵਿਜੂਅਲ ਬੁੱਕਸ ਫੋਕਸ ਔਨ ਮਿਊਜ਼ਿਕ. ਉਹਨੇ ਆਪਣੇ ਹਸਬੈਂਡ ਨਾਲ ਮਿਲ ਕੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਪਰ ਜਿਹੜੀਆਂ ਉਹਨੇ ਕਿਤਾਬਾਂ ਇੰਡੀਵਿਜੂਅਲੀ ਲਿਖੀਆਂ ਉਹ ਸਾਰੀਆਂ ਸੰਗੀਤ 'ਤੇ ਆਧਾਰਿਤ ਹੈ. ਦ ਮਾਰਚ ਕਿੰਗ, ਇਸ ਦਾ ਬੇਟਾ ਕੀ ਮੀਨਿੰਗ ਹੈ? ਸੰਗੀਤਕ ਧੁਨਾਂ ਦਾ ਰਾਜਾ. The March King presents a glimpse of the life of Johann Philipp Sosua and brings out the fact that one can succeed in life only if one pursues a profession according to one's interest and taste. ਇਹ ਜਿਹੜਾ ਚੈਪਟਰ ਹੈ ਇਹ ਸਾਨੂੰ ਜੋਹਨ ਫਿਲਿਪ ਸੋਸਵਾ ਦੀ ਜ਼ਿੰਦਗੀ ਦੀ ਇੱਕ ਝਲਕ ਪੇਸ਼ ਕਰਦਾ ਹੈ ਤੇ ਨਾਲ ਹੀ ਇਹ ਸੱਚਾਈ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ 'ਚ ਉਦੋਂ ਹੀ ਕਾਮਯਾਬ ਹੋ ਸਕਦਾ ਹੈ ਜੇਕਰ ਉਹ ਆਪਣੇ ਪ੍ਰੋਫੈਸ਼ਨ ਨੂੰ ਉਸੇ ਪ੍ਰੋਫੈਸ਼ਨ ਨੂੰ ਅਪਣਾਵੇ ਜਿਹਦੇ ਵਿੱਚ ਉਹਦਾ ਟੇਸਟ ਹੋਵੇ, ਉਹਦਾ ਇੰਟਰਸਟ ਹੋਵੇ, ਉਹ ਤਾਂ ਹੀ ਕਾਮਯਾਬ ਹੋ ਸਕਦਾ. ਸਟੋਰੀ ਨੂੰ ਪੜ੍ਹ ਕੇ ਸਾਨੂੰ ਇਹ ਗੱਲ ਕਲੀਅਰ ਹੋ ਜਾਏਗੀ. ਸੋ ਆਪਾਂ ਇਸ ਚੈਪਟਰ ਦੀ ਸਮਰੀ ਨੂੰ ਪੜ੍ਹਦੇ ਹਾਂ. ਜੋਹਨ ਫਿਲਿਪ ਸੋਸਵਾ ਸਟੂਡ ਔਨ ਦਾ ਕਾਰਨਰ ਵਿਦ ਹਿਜ਼ ਮਦਰ. ਹੀ ਵਾਜ਼ ਵਾਚਿੰਗ ਏ ਮਿਲਟਰੀ ਪਰੇਡ ਪਾਸ ਬਾਈ. ਜੋਹਨ ਫਿਲਿਪ ਸੋਸਵਾ ਆਪਣੇ ਮਦਰ ਦੇ ਨਾਲ ਇੱਕ ਕਾਰਨਰ ਦੇ ਵਿੱਚ ਖੜਾ ਸੀ. ਉਹ ਆਪਣੇ ਕੋਲੋਂ ਲੰਘਦੀ ਹੋਈ ਮਿਲਟਰੀ ਪਰੇਡ ਨੂੰ ਦੇਖ ਰਿਹਾ ਸੀ. ਦ ਯੂਨਾਈਟਿਡ ਸਟੇਟਸ ਮੈਰੀਨ ਬੈਂਡ ਵਾਜ਼ ਕੁਇਕਲੀ ਕਮਿੰਗ ਕਲੋਜ਼ਰ ਟੂ ਵੇਅਰ ਦੇ ਸਟੂਡ. ਜਿੱਥੇ ਉਹ ਖੜੇ ਸੀ ਉੱਥੇ ਯੂਨਾਈਟਿਡ ਸਟੇਟਸ ਦਾ ਮੈਰੀਨ ਬੈਂਡ ਤੇਜ਼ੀ ਨਾਲ ਆ ਰਿਹਾ ਸੀ. Philip jumped up and down and cried excitedly, telling his mama to look that there was his papa. Philip ਬਹੁਤ ਹੀ ਐਕਸਾਈਟਡ ਸੀ ਤੇ ਬੜੇ ਜੋਸ਼ ਦੇ ਨਾਲ ਕਹਿ ਰਿਹਾ ਸੀ ਆਪਣੇ ਮੰਮਾ ਨੂੰ, ਦੇਖੋ ਪਾਪਾ ਆ ਰਹੇ ਹੈ. ਹਿਜ਼ ਫਾਦਰ ਵਾਜ਼ ਮਾਰਚਿੰਗ ਅਲੋਂਗ ਇਨ ਦਾ ਬਰਾਸ ਸੈਕਸ਼ਨ. ਬਰਾਸ ਇੰਸਟਰੂਮੈਂਟਸ ਦੇ ਸੈਕਸ਼ਨ ਦੇ ਵਿੱਚ ਉਸ ਦਾ ਫਾਦਰ ਮਾਰਚ ਕਰ ਰਿਹਾ ਸੀ. Johann Philipp Soswa loved band and the nation's capital was a fine place to hear them during the early 1860s. ਜੌਨ ਫਿਲਿਪ ਸੋਸਵਾ ਨੂੰ ਬੈਂਡ ਬਹੁਤ ਹੀ ਅੱਛਾ ਲੱਗਦਾ ਸੀ ਤੇ 1860 ਦੇ ਦੌਰਾਨ ਬੈਂਡ ਸੁਣਨ ਦੀ ਸਭ ਤੋਂ ਫਾਈਨ ਜਗ੍ਹਾ ਜਿਹੜੀ ਸੀ ਉਹ ਦੇਸ਼ ਦੀ ਰਾਜਧਾਨੀ ਸੀ. ਹੀ ਵਾਚ ਦ ਮੈਰੀਨ ਬੈਂਡ ਇਨ ਆਲ ਇਟਸ ਗਲੋਰੀ. ਉਹਨੇ ਮੈਰੀਨ ਬੈਂਡ ਨੂੰ ਪੂਰੀ ਸ਼ਾਨ ਸ਼ੌਕਤ ਦੇ ਵਿੱਚ ਵੇਖਿਆ. ਹੀ ਵੋਡ ਟੂ ਬਿਕਮ ਏ ਮਜੀਸ਼ੀਅਨ. Soon, 7-year-old Philip started to attend a school of music in his neighborhood. ਉਹਨੇ ਸੰਗੀਤਕਾਰ ਬਣਨ ਦੀ ਕਸਮ ਖਾਧੀ ਤੇ ਛੇਤੀ ਹੀ 7 ਸਾਲ ਦੀ ਉਮਰ ਦੇ ਵਿੱਚ ਫਿਲਿਪ ਨੇ ਆਪਣੇ ਨੇੜੇ ਮਿਊਜ਼ਿਕ ਦਾ ਸਕੂਲ ਅਟੈਂਡ ਕਰ ਲਿਆ. He liked all his studies but particularly enjoyed learning to play the violin. ਉਹਨੂੰ ਵੈਸੇ ਤਾਂ ਪੜ੍ਹਨਾ ਵੀ ਬੜਾ ਅੱਛਾ ਲੱਗਦਾ ਸੀ ਪਰ ਉਹਨੂੰ ਵਾਇਲਨ ਵਜਾਉਣ ਦੇ ਵਿੱਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਸੀ. ਸੂਨ ਹੀ ਐਕਸੈਲਡ ਪਲੇਇੰਗ ਔਨ ਦਾ ਵਾਇਲਨ. ਇਸ ਕਰਕੇ ਵਾਇਲਨ ਵਜਾਉਣ ਦੇ ਵਿੱਚ ਉਹ ਬਹੁਤ ਹੀ ਅੱਗੇ ਨਿਕਲ ਗਿਆ. ਬਟ ਹੀ ਲਵ ਟੂ ਪਲੇ ਬੇਸਬਾਲ ਟੂ. ਪਰ ਉਹਨੂੰ ਬੇਸਬਾਲ ਖੇਲਣੀ ਵੀ ਬੜੀ ਪਸੰਦ ਸੀ. ਹੀ ਗੋਟ ਇਨ ਟੂ ਟਰਬਲ ਵੈਨ ਹੀ ਵਾਜ਼ 11 years old ਬਿਕੋਜ਼ ਆਫ ਬੇਸਬਾਲ. ਤਾਂ ਇੱਕ ਵਾਰ 11 ਸਾਲ ਦੀ ਉਮਰ ਦੇ ਵਿੱਚ ਕੀ ਹੋਇਆ, ਬੇਸਬਾਲ ਦੇ ਕਾਰਨ ਉਹ ਇੱਕ ਸੰਕਟ ਦੇ ਵਿੱਚ, ਮੁਸੀਬਤ ਦੇ ਵਿੱਚ ਫਸ ਗਿਆ. He was chosen to play violin solo by the School of Music, but he did not make himself prepared for the concert. ਸੰਗੀਤ ਦੇ ਸਕੂਲ ਦੇ ਵਿੱਚ ਉਸ ਨੂੰ ਸੋਲੋ ਵਾਇਲਨ ਵਜਾਉਣ ਦੇ ਲਈ ਚੁਣਿਆ ਗਿਆ ਪਰ ਉਹਨੇ ਆਪਣੇ ਆਪ ਨੂੰ ਇਸ ਕੌਨਸਰਟ ਦੇ ਲਈ ਪ੍ਰਿਪੇਅਰ ਨਾ ਕੀਤਾ. On the day of concert, he went to play baseball and forgot all about the concert. ਕੌਨਸਰਟ ਵਾਲੇ ਦਿਨ ਉਹ ਬੇਸਬਾਲ ਖੇਲਣ ਚਲਾ ਗਿਆ ਤੇ ਕੌਨਸਰਟ ਬਾਰੇ ਬਿਲਕੁਲ ਹੀ ਭੁੱਲ ਗਿਆ. He came home in the evening. His forehead was covered with dust and his clothes were dusty. ਉਹ ਈਵਨਿੰਗ ਨੂੰ ਘਰ ਆਇਆ, ਉਹਦੇ ਮੱਥੇ 'ਤੇ ਮਿੱਟੀ ਲੱਗੀ ਹੋਈ ਸੀ, ਉਹਦੇ ਕੱਪੜੇ ਮੈਲੇ ਕੁਚਾਲੇ ਹੋ ਗਏ ਸੀ. He was feeling very hungry. ਉਹਨੂੰ ਬੜੀ ਭੁੱਖ ਲੱਗੀ ਸੀ. He felt puzzled by the silence of the house. He ran into the kitchen. He found some sandwiches and a note left by his mother, who had gone at the call of some sick friend. ਉਹ ਘਰ ਦੇ ਵਿੱਚ ਖਾਮੋਸ਼ੀ ਵੇਖ ਕੇ ਪਜ਼ਲ ਹੋ ਗਿਆ. ਉਹ ਦੌੜ ਕੇ ਕਿਚਨ ਵੱਲ ਗਿਆ. ਉੱਥੇ ਉਹਨੇ ਕੁਝ ਸੈਂਡਵਿਚ ਦੇਖੇ ਤੇ ਨਾਲ ਹੀ ਉਹਦੇ ਮਦਰ ਦਾ ਲਿਖਿਆ ਹੋਇਆ ਇੱਕ ਨੋਟ ਉਹਨੂੰ ਮਿਲਿਆ ਜਿਹਦੇ ਵਿੱਚ ਉਹਨੇ ਲਿਖਿਆ ਸੀ ਕਿ ਉਹ ਕਿਸੇ ਬਿਮਾਰ ਫਰੈਂਡ ਦੇ ਘਰ ਜਾ ਰਹੀ ਹੈ. ਸ਼ੀ ਵਾਜ਼ ਟੂ ਰਿਟਰਨ ਲੇਟ ਇਨ ਦਾ ਈਵਨਿੰਗ. ਉਹਨੇ ਈਵਨਿੰਗ ਨੂੰ ਲੇਟ ਵਾਪਸ ਆਉਣਾ.
Philip had to go to get to the concert on time. Philip ने संगीत ਦੇ ਸਮਾਗਮ ਤੇ ਟਾਈਮ ਤੇ ਜਾਣਾ ਸੀ. He didn't have a clean white shirt. ਉਹਦੇ ਕੋਲੇ ਸਾਫ white shirt ਨਹੀਂ ਸੀ. He realized that he should tell his music teacher Professor Esputa. ਉਹਨੂੰ ਮਹਿਸੂਸ ਹੋਇਆ ਕਿ ਉਹਨੂੰ ਇਹ ਗੱਲ ਆਪਣੇ ਪ੍ਰੋਫੈਸਰ ਐਸਪੂਟਾ ਨੂੰ ਦੱਸ ਦੇਣੀ ਚਾਹੀਦੀ ਹੈ. He ran to the school and told Professor Esputa his story about the shirt. ਉਹ ਦੌੜ ਕੇ ਸਕੂਲ ਗਿਆ ਅਤੇ ਉੱਥੇ ਜਾ ਕੇ ਉਹਨੂੰ ਪ੍ਰੋਫੈਸਰ ਐਸਪੂਟਾ ਨੂੰ ਸ਼ਰਟ ਬਾਰੇ ਸਾਰੀ ਗੱਲ ਦੱਸੀ. He told Philip to get a clean shirt from his wife. ਉਹਨੇ ਫਿਲਿਪ ਨੂੰ ਕਿਹਾ ਕਿ ਉਹ ਐਸਪੂਟਾ ਦੀ ਪਤਨੀ ਤੋਂ ਜਾ ਕੇ ਇੱਕ ਵਾਈਟ ਸ਼ਰਟ ਲੈ ਲਵੇ. But the shirt was too big for Philip. Mrs. Esputa somehow adjusted the large shirt with the help of pins on the small body of Philip. ਸ਼ਰਟ ਜਿਹੜੀ ਸੀ ਉਹ ਫਿਲਿਪ ਲਈ ਬਹੁਤ ਵੱਡੀ ਸੀ, ਪਰ ਮਿਸਿਸ ਐਸਪੂਟਾ ਨੇ ਕਿਸੇ ਤਰੀਕੇ ਨਾਲ ਉਸ ਵੱਡੀ ਸਾਰੀ ਕਮੀਜ਼ ਨੂੰ ਫਿਲਿਪ ਦੇ ਬਾਡੀ ਦੇ ਉੱਤੇ ਪਿੰਨ ਲਗਾ ਕੇ ਫਿੱਟ ਕਰ ਦਿੱਤਾ. ਫਿਲਿਪ went to attend the concert. He started playing the violin. ਫਿਲਿਪ ਕੌਂਸਰਟ ਨੂੰ ਅਟੈਂਡ ਕਰਨ ਚਲਾ ਗਿਆ ਅਤੇ ਉਸਨੇ ਵਾਇਲਨ ਵਜਾਉਣਾ ਸ਼ੁਰੂ ਕਰ ਦਿੱਤਾ. But during this process his shirt got loose and fell down from his neck. ਪਰ ਇਸ ਪ੍ਰੋਸੈਸ ਦੇ ਦੌਰਾਨ ਜਦੋਂ ਵਾਇਲਨ ਵਜਾ ਰਿਹਾ ਸੀ ਤਾਂ ਉਹ ਸ਼ਰਟ ਜਿਹੜੀ ਸੀ ਲੂਜ਼ ਹੋ ਗਈ ਅਤੇ ਉਸ ਦੀ ਗਰਦਨ ਤੋਂ ਗਿਰ ਗਈ. In embarrassed confusion he forgot what he was playing and stopped completely. ਇਸ ਬੇਚੈਨੀ ਦੇ ਵਿੱਚ ਉਹ ਭੁੱਲ ਗਿਆ ਕਿ ਉਹ ਕਿਹੜੀ ਧੁਨ ਵਜਾ ਰਿਹਾ ਸੀ ਅਤੇ ਉਸਨੇ ਬਿਲਕੁਲ ਵਜਾਣਾ ਬੰਦ ਕਰ ਦਿੱਤਾ. ਮਿਸਟਰ ਐਸਪੂਟਾ ਸਕਾਲਡਡ ਹਿਮ ਫਾਰ ਆਲ ਦਾ ਮੈਸ ਹੀ ਕ੍ਰੀਏਟਡ. ਇਸ ਸਭ ਦੇ ਲਈ ਮਿਸਟਰ ਐਸਪੂਟਾ ਨੇ ਉਸ ਨੂੰ ਝਿੜਕਿਆ. ਆਫਟਰ ਦਿਸ ਇਨਸੀਡੈਂਟ ਹੀ ਡਿਸਾਈਡਡ ਦੈਟ ਹੀ ਵੁੱਡ ਨੈਵਰ ਅਗੇਨ ਮਿਕਸ ਵਰਕ ਐਂਡ ਪਲੇ. ਇਸ ਘਟਨਾ ਤੋਂ ਬਾਅਦ ਉਹਨੇ ਇਹ ਫੈਸਲਾ ਲਿਆ ਕਿ ਅੱਗੇ ਤੋਂ ਉਹ ਕਦੇ ਵੀ ਕੰਮ ਨੂੰ ਅਤੇ ਖੇਡ ਨੂੰ ਦੋਨਾਂ ਚੀਜ਼ਾਂ ਨੂੰ ਮਿਕਸ ਨਹੀਂ ਕਰੇਗਾ. ਹਾਂਜੀ ਬੇਟਾ, ਹੁਣ ਆਪਾਂ ਇਸ ਚੈਪਟਰ ਨੂੰ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ. ਸੋ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ. ਹੈਵ ਏ ਨਾਈਸ ਡੇ. ਥੈਂਕ ਯੂ.